हेलो दोस्तों, सिद्धि पंजाब वेलकम्स यू ऑल। सो अज आपां 29 ਤੇ 30 ਦਸੰਬਰ ਦੇ ਕਰੰਟ ਅਫੇਅਰਸ ਡਿਸਕਸ ਕਰ ਲੈਣੇ ਆ। ਜਿਵੇਂ ਕਿ ਤੁਹਾਨੂੰ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਸੀ, ਕਰੰਟ ਅਫੇਅਰਸ ਤੁਹਾਡੀ ਪ੍ਰੈਪਰੇਸ਼ਨ ਦਾ ਬਹੁਤ ਇੰਪੋਰਟੈਂਟ ਪਾਰਟ ਹੈ ਤੇ ਇੱਥੇ ਸਾਰੇ ਇੰਪੋਰਟੈਂਟ ਟੌਪਿਕ ਜਿਹੜੇ ਤੁਹਾਨੂੰ ਪ੍ਰੀਲਿਮਸ ਮੇਨਸ 'ਚ ਹੈਲਪ ਕਰਨਗੇ ਸਾਰੇ ਆਪਾਂ ਇੱਥੇ ਡਿਸਕਸ ਕਰ ਰਹੇ ਹਾਂ ਇਸ ਡਿਸਕਸ਼ਨ 'ਚ। ਚਲੋ ਫਿਰ ਅੱਜ ਦੇ ਟੌਪਿਕਸ ਦੇਖ ਲੈਂਦੇ ਆ ਜਿਹੜੇ ਆਪਾਂ ਡਿਸਕਸ ਕਰਨੇ ਆ। ਪਹਿਲਾ ਟੌਪਿਕ ਹੈ ਪ੍ਰਕਾਸ਼ ਪਰਵ। ਤੁਹਾਨੂੰ ਪਤਾ ਹੈ ਪੂਰੀ ਕੰਟਰੀ ਸਪੈਸ਼ਲੀ ਪੰਜਾਬ ਜਿਹੜੀ ਹੈ ਗੁਰੂ ਗੋਬਿੰਦ ਸਿੰਘ ਜੀ ਦਾ ਬਰਥ ਐਨਵਰਸਰੀ ਪ੍ਰਕਾਸ਼ ਪਰਵ ਸੈਲੀਬ੍ਰੇਟ ਕਰ ਰਹੀ ਹੈ। ਤਾਂ ਇਹ ਇਵੈਂਟ ਆਪਣੇ ਲਈ ਐਗਜ਼ਾਮ ਲਈ ਵੀ ਬਹੁਤ ਇੰਪੋਰਟੈਂਟ ਹੈ। ਇਹਦੇ ਨਾਲ ਹੀ ਨਾਨਕ ਸ਼ਾਹੀ ਕੈਲੰਡਰ ਤੇ ਕੁਝ ਇਨਫੋਰਮੇਸ਼ਨ ਆਈ ਹੈ, ਉਹ ਵੀ ਦੇਖ ਲਾਂਗੇ। ਪ੍ਰੀਲਿਮ 'ਚ ਕੁਐਸਚਨ ਆਣਾ ਬਹੁਤ ਹੀ ਹਾਈਲੀ ਪੋਸੀਬਲ ਹੈ। ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਦੀ ਕੁਝ ਟੀਚਿੰਗਸ ਜਿਹੜੀਆਂ ਕਿ ਆਪਾਂ ਆਨਸਰਸ ਲਿਖਣ ਵੇਲੇ ਯੂਜ਼ ਕਰ ਸਕਦੇ ਹਾਂ, ਉਹ ਵੀ ਆਪਾਂ ਡਿਸਕਸ ਕਰ ਲਾਂਗੇ। ਸੈਕਿੰਡ ਟੌਪਿਕ ਆਪਣਾ ਸਟਬਲ ਬਰਨਿੰਗ ਤੇ ਹੈ। ਬਹੁਤ ਹੀ ਇੰਪੋਰਟੈਂਟ ਇਸ਼ੂ ਹੈ ਪੰਜਾਬ PCS ਲਈ, ਪੰਜਾਬ ਰਿਲੇਟਡ ਇੰਟਰਵਿਊਜ਼ ਲਈ, UPSC ਲਈ ਵੀ ਬਹੁਤ ਬੱਚੇ ਇੰਟਰਵਿਊ ਦੇ ਰਹੇ ਹੋਣਗੇ। ਤੁਸੀਂ ਕਿਸੇ ਵੀ ਤਰੀਕੇ ਦੀ ਤਿਆਰੀ ਕਰ ਰਹੇ ਹੋ, ਸਟਬਲ ਬਰਨਿੰਗ ਦਾ ਇਸ਼ੂ ਪੰਜਾਬ ਦੇ ਨਾਲ ਰਿਲੇਟਡ ਬਹੁਤ ਹੀ ਇੰਪੋਰਟੈਂਟ ਹੈ। ਤਾਂ ਇਸ ਤੇ ਜੋ ਵੀ ਇਨਫੋਰਮੇਸ਼ਨ ਆਈ ਹੈ ਉਹ ਆਪਾਂ ਡਿਸਕਸ ਕਰਾਂਗੇ। ਦੈਨ ਡਰੋਨ ਅਟੈਕਸ ਆਲਰੇਡੀ ਮੈਂ ਤੁਹਾਡੇ ਨਾਲ ਡਿਸਕਸ ਕਰ ਚੁੱਕੀ ਹਾਂ, ਬਹੁਤ ਇੰਪੋਰਟੈਂਟ ਟੌਪਿਕ। ਕੁਝ ਅਪਡੇਟਸ ਆਏ ਹੈ ਉਹ ਆਪਾਂ ਅੱਜ ਕਵਰ ਕਰਾਂਗੇ। ਫਿਰ ਡੀਲਿਮਿਟੇਸ਼ਨ ਕਮਿਸ਼ਨ ਅਗੇਨ ਬਹੁਤ ਹੀ ਜ਼ਿਆਦਾ ਇੰਪੋਰਟੈਂਟ, ਪ੍ਰੀਲਿਮਸ 'ਚ ਤੁਹਾਡਾ ਇਸ ਤੇ ਕੁਐਸਚਨ ਹਾਈਲੀ ਪ੍ਰੋਬੇਬਲ ਹੈ। ਤਾਂ ਇਹਦੀ ਕੁਝ ਡਿਟੇਲਸ ਆਪਾਂ ਫੈਕਚੁਅਲ ਡਿਟੇਲਸ ਕਵਰ ਕਰ ਲਾਂਗੇ। ਉਹ ਤੋਂ ਬਾਅਦ ਨੈਕਸਟ ਦੋ ਇੰਪੋਰਟੈਂਟ ਜਿਹੜੇ ਟੌਪਿਕ ਆਪਾਂ ਕਰਾਂਗੇ ਡਿਸਕਸ, ਕਾਸਟ ਇਸ਼ੂਜ਼ ਤੇ ਕੁਝ ਆਰਟੀਕਲ ਆਇਆ ਹੈ, ਇਹ ਆਪਾਂ ਦੇਖ ਲਾਂਗੇ। ਤੇ ਸੈਕਿੰਡ ਇੰਪੋਰਟੈਂਟ, ਵੈਰੀ ਇੰਪੋਰਟੈਂਟ, ਇਹ ਵੀ ਆਲਰੇਡੀ ਮੈਂ ਡਿਸਕਸ ਕਰ ਚੁੱਕੀ ਹੈ ਡਿਟੇਲ 'ਚ 21 ਦਸੰਬਰ ਦੀ ਡਿਸਕਸ਼ਨ 'ਚ, ਬਟ ਅੱਜ ਕੁਝ ਹੋਰ ਨਵੇਂ ਪੁਆਇੰਟਸ ਆਏ ਨੇ ਜਿਹੜੇ ਮੈਂ ਤੁਹਾਡੇ ਨਾਲ ਸ਼ੇਅਰ ਕਰ ਲੂੰਗੀ ਇਸ ਡਿਸਕਸ਼ਨ 'ਚ। ਠੀਕ ਹੈ ਜੀ, ਤਾਂ ਇਹ ਸਾਰੇ ਟੌਪਿਕਸ ਹੈ। ਡਿਸਕਸ਼ਨ ਸ਼ੁਰੂ ਕਰਦੇ ਹਾਂ ਪਹਿਲੇ ਟੌਪਿਕ ਨਾਲ। ਨਗਰ ਕੀਰਤਨ ਟੇਕਨ ਆਊਟ ਫਰੋਮ ਅਕਾਲ ਤਖਤ। ਠੀਕ ਹੈ ਜੀ, ਅੰਮ੍ਰਿਤਸਰ 'ਚ ਜਿਹੜਾ ਆਪਣਾ ਅਕਾਲ ਤਖਤ ਹੈ ਉੱਥੋਂ ਨਗਰ ਕੀਰਤਨ ਚੱਲ ਰਿਹਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪਰਵ ਨੂੰ ਸੈਲੀਬ੍ਰੇਟ ਕਰਦੇ ਹੋਏ। ਇਹ ਇਵੈਂਟਸ ਪੂਰੀ ਕੰਟਰੀ ਵਿੱਚ ਕੀਤੇ ਜਾ ਰਹੇ ਨੇ। ਤੁਸੀਂ ਦੇਖੋ ਇੱਥੇ ਪੋਸਟਰਸ ਵਗੈਰਾ ਵੀ ਗਵਰਨਮੈਂਟ ਦੇ ਦੁਆਰਾ ਲਾਂਚ ਕੀਤੇ ਜਾ ਰਹੇ ਨੇ ਟੂ ਪੇ ਦ ਰਿਸਪੈਕਟਸ ਵਿਦ ਰਿਗਾਰਡ ਟੂ ਦ ਪਰਵ। ਠੀਕ ਹੈ ਜੀ, ਹੁਣ ਥੋੜੀ ਫੈਕਚੁਅਲ ਡਿਟੇਲ ਕਰ ਲੈਂਦੇ ਹਾਂ ਜਿਹੜੀ ਕਿ ਤੁਹਾਡੇ ਐਗਜ਼ਾਮ 'ਚ ਕੰਮ ਆਊਗੀ। ਤਾਂ ਫਰਸਟ ਡਾਟਾ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਇਹ ਜਿਹੜਾ ਕਰੰਟ ਪ੍ਰਕਾਸ਼ ਪਰਵ ਹੈ ਜਿਹੜਾ ਅਸੀਂ ਦਸੰਬਰ ਦੇ ਮਹੀਨੇ 'ਚ ਸੈਲੀਬ੍ਰੇਟ ਕਰ ਰਹੇ ਹਾਂ, ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਰਿਲੇਟਡ ਹੈ। ਠੀਕ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸੀ, ਹੈ ਨਾ ਜੀ, ਇਹ ਵੀ ਡਾਟਾ ਪਤਾ ਹੋਣਾ ਚਾਹੀਦਾ ਹੈ। ਆਪਾਂ ਇੱਥੇ ਬਰਥ ਐਨਵਰਸਰੀ ਗੁਰੂ ਗੋਬਿੰਦ ਸਿੰਘ ਜੀ ਦੀ ਸੈਲੀਬ੍ਰੇਟ ਕਰ ਰਹੇ ਹਾਂ। ਤਾਂ ਤੁਸੀਂ ਦੇਖੋ ਕਿ ਐਗਜ਼ੈਕਟ ਡੇਟ ਆਫ ਗੁਰੂ ਗੋਬਿੰਦ ਸਿੰਘ ਜੀ ਦੀ ਬਰਥ ਜਿਹੜੀ ਹੈ ਉਹ ਐਗਜ਼ੈਕਟਲੀ ਨੋਨ ਨਹੀਂ ਹੈ, ਕੋਈ ਫਿਕਸਡ ਡੇਟ ਨਹੀਂ ਹੈ। ਇਹ ਨਾਨਕ ਸ਼ਾਹੀ ਕੈਲੰਡਰ ਦੇ ਅਕੋਰਡਿੰਗ ਜਿਹੜੀ ਹੈ ਇਹ ਡੇਟ ਚੇਂਜ ਹੁੰਦੀ ਰਹਿੰਦੀ ਹੈ। ਮੋਸਟਲੀ ਦਸੰਬਰ ਤੇ ਜਨਵਰੀ ਦੇ ਮਹੀਨੇ ਹੀ ਇਹ ਫਾਲ ਹੁੰਦੀ ਹੈ ਹਰ ਸਾਲ। ਠੀਕ ਹੈ ਜੀ, ਕੋਈ ਫਿਕਸਡ ਡੇਟ, ਨੋ ਫਿਕਸਡ ਡੇਟ ਇਜ਼ देयर, ਬਟ ਨਾਨਕ ਸ਼ਾਹੀ ਕੈਲੰਡਰ ਦੇ ਅਕੋਰਡਿੰਗ ਇਹ ਚੇਂਜ ਹੁੰਦੀ ਰਹਿੰਦੀ ਹੈ। ਇਸ ਕੈਲੰਡਰ ਦੀ ਵੀ ਡਿਟੇਲਸ ਆਪਾਂ ਕਰਾਂਗੇ ਅੱਗੇ। ਠੀਕ ਹੈ ਜੀ, ਤਾਂ ਇਹ ਪਰਵ ਬਾਰੇ ਬੇਸਿਕ ਇਨਫੋਰਮੇਸ਼ਨ ਹੈ ਜਿਹੜੀ ਤੁਹਾਨੂੰ ਪਤਾ ਹੋਣੀ ਚਾਹੀਦੀ ਹੈ। ਹੁਣ ਗੁਰੂ ਗੋਬਿੰਦ ਸਿੰਘ ਜੀ ਨੇ ਬਹੁਤ ਸਾਰੀ ਆਪਾਂ ਨੂੰ ਲਰਨਿੰਗਸ ਦਿੱਤੀਆਂ ਹੈ, ਟੀਚਿੰਗਸ ਦਿੱਤੀਆਂ ਹੈ, ਉਹਨਾਂ ਦੀ ਲਾਈਫ ਤੋਂ, ਉਹਨਾਂ ਦੀ ਸੇਇੰਗਸ ਤੋਂ, ਉਹਨਾਂ ਦੀ ਬੁੱਕਸ ਤੋਂ, ਉਹਨਾਂ ਦੇ ਰਾਈਟ ਅਪਸ ਤੋਂ ਆਪਾਂ ਨੂੰ ਬਹੁਤ ਸਾਰੀ ਵੈਲਿਊਜ਼ ਜਿਹੜੀਆਂ ਹੈ ਸਿੱਖਣ ਨੂੰ ਮਿਲਦੀਆਂ ਹੈ, ਜਿਹੜੀਆਂ ਆਪਣੀ ਡੇਲੀ ਲਾਈਫ 'ਚ ਆਪਾਂ ਨੂੰ ਇਨਕੋਰਪੋਰੇਟ ਕਰਨੀਆਂ ਚਾਹੀਦੀਆਂ ਹੈ ਤੇ ਐਜ਼ ਐਨ ਐਸਪੀਰੈਂਟ ਆਪਾਂ ਨੂੰ ਆਪਣੇ ਆਨਸਰਸ 'ਚ ਵੀ ਇਨਕੋਰਪੋਰੇਟ ਕਰਨੀਆਂ ਚਾਹੀਦੀਆਂ ਹੈ। ਤੁਹਾਨੂੰ ਪਤਾ ਹੈ ਤੁਹਾਡਾ GS4 ਦਾ ਪ੍ਰੋਬਲਮ ਸੋਲਵਿੰਗ ਵਾਲਾ ਪਾਰਟ ਹੈ ਤੇ ਤੁਹਾਨੂੰ ਐਸੇਜ਼ ਵੀ ਲਿਖਣ ਲਈ ਆਉਂਦੇ ਆ ਪੰਜਾਬ PCS 'ਚ। ਤਾਂ ਇਹਨਾਂ ਦੋਨੋਂ ਏਰੀਆਜ਼ 'ਚ ਤੁਸੀਂ ਇਹ ਵੈਲਿਊਜ਼ ਅਗਰ ਤੁਹਾਨੂੰ ਯਾਦ ਹੈ, ਗੁਰੂ ਗੋਬਿੰਦ ਸਿੰਘ ਜੀ ਦਾ ਨਾਮ ਲਿਖ ਕੇ ਤੁਸੀਂ ਇਹ ਵੈਲਿਊਜ਼ ਉੱਥੇ ਮੈਂਸ਼ਨ ਕਰ ਸਕਦੇ ਹੋ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਆ ਆਈਡੀਆਜ਼ ਜਿਹੜੇ ਹੈ ਸਪੋਰਟ ਪ੍ਰਮੋਟ ਕੀਤੇ ਹੈ ਕਿ ਜਿਹੜੇ ਆਈਡੀਆਜ਼ ਉਹ ਆਪਾਂ ਨੂੰ ਆਪਦੇ ਜੀਵਨ 'ਚ ਇਨਕੋਰਪੋਰੇਟ ਕਰਨ ਲਈ ਕਹਿੰਦੇ ਨੇ। ਤਾਂ ਫਰਸਟ ਆਈਡੀਆ ਹੈ ਪੀਸ। ਓਬਵੀਅਸਲੀ ਆਪਾਂ ਸਭ ਨੂੰ ਸੁੱਖ ਸ਼ਾਂਤੀ ਬਣਾ ਕੇ ਰੱਖਣੀ ਚਾਹੀਦੀ ਹੈ, ਹਰ ਹਿਊਮਨ ਦੀ ਰਿਸਪੈਕਟ ਕਰਨੀ ਚਾਹੀਦੀ ਹੈ ਤੇ ਜਿੰਨੀ ਹੋ ਸਕੇ ਉਨੀ ਵਾਇਲੈਂਸ ਜਿਹੜੀ ਹੈ ਉਹ ਅਵੋਇਡ ਕਰਨੀ ਚਾਹੀਦੀ ਹੈ। ਠੀਕ ਹੈ ਜੀ, ਪੀਸ ਪਹਿਲਾਂ ਉਹਨਾਂ ਦਾ ਵੈਲਿਊ ਹੈ ਜਿਹੜੀ ਗੁਰੂ ਗੋਬਿੰਦ ਸਿੰਘ ਜੀ ਆਪਾਂ ਸਭ ਨੂੰ ਇੰਪਾਰਟ ਕਰਦੇ ਨੇ। ਸੈਕਿੰਡ, ਇਕੁਐਲਿਟੀ। ਦੇਖੋ ਸਿੱਖੀਜ਼ਮ ਤੁਸੀਂ ਦੇਖੋ ਇਹ ਰਿਲੀਜਨ
ओरिजिन ही इस तरीके नाल होया है। अगर तुसी सिखिज़म दा ओरिजिन देखो तो स्पैशली पंजाब वाले अपने एरिया च बहुत ज़्यादा कास्टिज़म सी, रिलीजीअस डिस्पैरिटी सी, हिंदूइज़म ते इस्लाम डोमीनेंट उदों धर्म चलदे सी ते इत्थे काफ़ी डिस्पैरिटीज़ इन्हां धर्मां च उस टाइम ते आ गईयां सी। ਤਾਂ ਇਹਨਾਂ ਡਿਸਪੈਰਿਟੀਜ਼ ਨੂੰ ਖਤਮ ਕਰਨ ਲਈ ਹੀ ਤੁਸੀਂ ਕਹਿ ਸਕਦੇ ਹੋ ਨਾਨਕ ਦੇਵ ਜੀ ਨੇ, ਸਾਡੇ ਪਹਿਲੇ ਗੁਰੂ ਜੀ ਨੇ ਸਿੱਖੀਜ਼ਮ ਦਾ ਇਸਟੈਬਲਿਸ਼ਮੈਂਟ ਕੀਤੀ, ਜਿੱਥੇ ਹਰ ਹਿਊਮਨ ਨੂੰ ਇਕੁਅਲ ਟਰੀਟ ਕੀਤਾ ਜਾਂਦਾ ਸੀ। ਠੀਕ ਹੈ ਜੀ। ਤਾਂ ਉਹ ਇਕੁਐਲਿਟੀ ਜਿਹੜਾ ਹੈ ਉਹ ਸਿੱਖੀਜ਼ਮ ਦਾ ਬੇਸਿਕ ਫਾਊਂਡੇਸ਼ਨਲ ਪ੍ਰਿੰਸੀਪਲ ਹੈ। ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਇਸ ਆਈਡੀਆ ਨੂੰ ਕੰਟੀਨਿਊ ਰੱਖਿਆ ਹੈ। ਉਹਨਾਂ ਨੇ ਵੀ ਇਹੀ ਆਪਾਂ ਨੂੰ ਸਿੱਖਿਆ ਦਿੱਤੀ ਹੈ ਕਿ ਸਾਨੂੰ ਕੋਈ ਕਾਸਟ, ਕੋਈ ਰਿਲੀਜਨ, ਕਿਸੇ ਵੀ ਬੇਸਿਸ ਤੇ, ਜੈਂਡਰ, ਰਿਲੀਜਨ, ਕਾਸਟ, ਰੇਸ, ਕਿਸੇ ਵੀ ਬੇਸਿਸ ਤੇ ਸਾਨੂੰ ਦੂਸਰੇ ਹਿਊਮਨ ਨਾਲ ਡਿਫਰੈਂਸ ਜਾਂ ਡਿਸਟਿੰਗੁਇਸ਼ ਨਹੀਂ ਕਰਨਾ ਚਾਹੀਦਾ। ਹਰ ਨਾਲ ਇਕੁਐਲਿਟੀ ਪ੍ਰੈਕਟਿਸ ਕਰਨੀ ਹੈ। ਕੋਈ ਕਾਸਟ ਜਿਹੋ ਜਿਹੀ ਡਿਵੀਜ਼ਨਸ ਨਹੀਂ ਹੋਣਗੀਆਂ। ਕੋਈ ਵੀ ਸੁਪਰਸਟੀਸ਼ਨਸ 'ਚ ਆਪਾਂ ਬਿਲੀਵ ਨਹੀਂ ਕਰਾਂਗੇ। ਠੀਕ ਹੈ ਜੀ। ਉਹ ਤੋਂ ਬਾਅਦ ਇੱਕ ਵਨ ਗੋਡ, ਠੀਕ ਹੈ ਜੀ, ਇੱਕ ਓਂਕਾਰ ਜਿਵੇਂ ਕਹਿੰਦੇ ਨੇ, ਵਨ ਗੋਡ 'ਚ ਬਿਲੀਵ ਕਰਦੇ ਸੀ ਇਹ, ਤੇ ਸਭ ਫੋਲੋਅਰਸ ਨੂੰ ਵੀ ਵਨ ਗੋਡ 'ਚ ਬਿਲੀਵ ਕਰਨ ਲਈ ਸਭ ਨੂੰ ਪ੍ਰੀਚ ਕਰਦੇ ਸੀ। ਠੀਕ ਹੈ ਜੀ। ਫਿਰ ਸਿੱਖੀਜ਼ਮ ਦੇ 5 Ks, ਸਪੈਸ਼ਲੀ ਖਾਲਸਾ ਦੇ, ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਐਸਟੈਬਲਿਸ਼ਮੈਂਟ ਕੀਤੀ ਸੀ। ਇਹਨਾਂ ਨੇ 5 Ks ਜਿਹੜੇ ਇੰਪੋਰਟੈਂਟ ਹੈ ਹਰ ਸਿੱਖੀਜ਼ਮ ਦੇ ਪ੍ਰੈਕਟੀਸ਼ਨਰ ਨੂੰ, 5 Ks ਦੈਟ ਮੀਨਸ ਤੁਹਾਡਾ ਕੰਗਾ, ਕੇਸ਼, ਕਚਹਿਰਾ, ਕੜਾ ਤੇ ਕਿਰਪਾਨ, ਇਹ 5 ਜਿਹੜੇ 5 Ks ਹੈ ਇਹ ਹਰ ਸਿੱਖ ਨੂੰ ਧਾਰਨ ਕਰਨ ਲਈ ਇਹਨਾਂ ਨੇ ਪ੍ਰੀਚ ਕੀਤਾ ਸੀ। ਠੀਕ ਹੈ ਜੀ। ਇਹਨਾਂ ਸਭ ਤੇ ਜੋ ਹੈ ਨਾ, ਇਹ ਸਾਰੀ ਇਨਫੋਰਮੇਸ਼ਨ ਪ੍ਰੀਲਿਮਸ 'ਚ ਪੁੱਛੀ ਜਾ ਸਕਦੀ ਹੈ ਕਿ 5 Ks 'ਚ ਕੀ ਇਨਕਲੂਡ ਹੁੰਦਾ ਹੈ, ਹੈ ਨਾ ਜੀ। ਤਾਂ ਇਸ ਲਈ ਥੋੜਾ ਬੇਸਿਕ ਆਈਡੀਆ ਜਿਹੜਾ ਆਪਾਂ ਨੂੰ ਇਹਨਾਂ ਬਾਰੇ ਹੋਣਾ ਚਾਹੀਦਾ ਹੈ। ਠੀਕ ਹੈ। ਇਹ ਬੇਸਿਕ ਟੀਚਿੰਗ ਸੀਗੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ, ਤੇ ਆਪਾਂ ਨੂੰ ਸਭ ਨੂੰ ਪਤਾ ਹੈ, ਆਪਾਂ ਨੇ ਪਿਛਲੀ ਡਿਸਕਸ਼ਨ 'ਚ ਵੀ ਡਿਸਕਸ ਕੀਤਾ ਹੈ, 1699 ਵਿੱਚ ਖਾਲਸਾ ਦੀ ਸਥਾਪਨਾ ਕੀਤੀ ਸੀ ਗੁਰੂ ਗੋਬਿੰਦ ਸਿੰਘ ਜੀ ਨੇ, ਜਦ ਹਿਊਮੈਨਿਟੀ ਦੇ ਮੁਗਲਸ ਦੇ ਦੁਆਰਾ, ਜਾਂ ਤੁਸੀਂ ਕਹਿ ਸਕਦੇ ਹੋ ਕਿ ਕੱਟੜ ਰੂਲਰਸ ਦੇ ਦੁਆਰਾ ਬਹੁਤ ਸਾਰੀ ਵਾਇਲੇਸ਼ਨ ਹੋ ਰਹੀ ਸੀ, ਹਿਊਮਨ ਰਾਈਟਸ ਵਾਇਲੇਸ਼ਨ ਹੋ ਰਹੀ ਸੀ। ਤਾਂ ਉਸ ਟਾਈਮ ਤੇ ਸਿੱਖਾਂ ਦੀ ਸਿਕਿਉਰਿਟੀ ਲਈ, ਹਿਊਮਨਸ ਦੀ ਸਿਕਿਉਰਿਟੀ ਲਈ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਦੀ ਸਥਾਪਨਾ ਕੀਤੀ 1699 ਵਿੱਚ। ਠੀਕ ਹੈ ਜੀ। ਇਹਨੂੰ ਖਾਲਸਾ ਪੰਥ ਵੀ ਕਹਿ ਸਕਦੇ ਹਾਂ। ਖਾਲਸਾ ਪੰਥ ਦਾ ਮਤਲਬ ਕਿਆ ਹੈ? ਖਾਲਸਾ ਦਾ ਮਤਲਬ ਹੈ ਪਿਓਰ, ਫ੍ਰੀ ਐਂਡ ਲਿਬਰੇਟਿਡ। ਠੀਕ ਹੈ ਜੀ। ਕਿਸੇ ਵੀ ਭੇਦਭਾਵ ਤੋਂ ਲਿਬਰੇਟਿਡ, ਕਿਸੇ ਵੀ ਨੈਗੇਟਿਵ ਐਨਰਜੀ, ਨੈਗੇਟਿਵ ਥਾਟ ਪ੍ਰੋਸੈਸ ਤੋਂ ਜਿਹੜੇ ਲੋਕ ਲਿਬਰੇਟ ਹੋ ਪਾਉਂਦੇ ਨੇ, ਉਹੀ ਅਸਲ ਖਾਲਸਾ ਦਾ ਮੀਨਿੰਗ ਜਿਹੜਾ ਹੈ ਸਿੱਧ ਕਰਦੇ ਨੇ। ਪੰਥ ਮਤਲਬ ਰਿਲੀਜੀਅਸ ਪਾਥ। ਠੀਕ ਹੈ ਜੀ। ਤਾਂ ਖਾਲਸਾ ਪੰਥ ਸਾਨੂੰ ਇਹ ਡਾਇਰੈਕਸ਼ਨ ਦਿੰਦਾ ਹੈ ਕਿ ਸਾਨੂੰ ਫਰੀडम, ਸਾਰੀ ਨੈਗੇਟਿਵਿਟੀ ਤੋਂ ਫ੍ਰੀ ਹੋ ਕੇ ਰਿਲੀਜੀਅਸ ਪਾਥ ਤੇ ਅੱਗੇ ਵਧਣਾ ਹੈ। ਇਹੋ ਜਿਹਾ ਪਾਥ ਜਿੱਥੇ ਅਸੀਂ ਕੋਈ ਵੀ ਇਨਇਕੁਐਲਿਟੀ ਨੂੰ ਸਪੋਰਟ ਨਹੀਂ ਕਰਦੇ, ਕੋਈ ਵੀ ਵਾਇਲੈਂਸ ਨੂੰ ਸਪੋਰਟ ਨਹੀਂ ਕਰਦੇ, ਕੋਈ ਵੀ ਨੈਗੇਟਿਵ ਐਨਰਜੀ ਨੂੰ ਸਪੋਰਟ ਨਹੀਂ ਕਰਦੇ। ਠੀਕ ਹੈ ਜੀ। ਤਾਂ ਇਹ ਬੇਸਿਕ ਆਈਡੀਆ ਤੁਹਾਨੂੰ ਇੱਥੇ ਆ ਗਿਆ ਹੈ। ਹੁਣ ਕੈਲੰਡਰਸ ਬਹੁਤ ਇੰਪੋਰਟੈਂਟ ਟੌਪਿਕ ਹੈ ਜਿਹੜਾ ਆਪਾਂ ਅੱਗੇ ਦੇਖਣਾ ਹੈ। ਦੇਖੋ, ਸਿੱਖੀਜ਼ਮ 'ਚ 2 ਕੈਲੰਡਰਸ ਮੰਨੇ ਗਏ ਨੇ, ਇੱਕ ਹੈ ਨਾਨਕਸ਼ਾਹੀ ਕੈਲੰਡਰ, ਇੱਕ ਹੈ ਖਾਲਸਾ ਕੈਲੰਡਰ, ਜਾਂ 2 ਐਰਾਸ ਤੁਸੀਂ ਕਹਿ ਸਕਦੇ ਹੋ। ਨਾਟ ਐਗਜ਼ੈਕਟਲੀ ਅਗਰ ਕੈਲੰਡਰ, ਤਾਂ 2 ਐਰਾਸ ਸਿੱਖੀਜ਼ਮ 'ਚ ਫੋਲੋ ਕੀਤੇ ਗਏ ਨੇ। ਨਾਨਕਸ਼ਾਹੀ, ਜਿਵੇਂ ਤੁਸੀਂ ਨਾਮ ਤੋਂ ਹੀ ਸੋਚ ਸਕਦੇ ਹੋ, ਗੁਰੂ ਨਾਨਕ ਦੇਵ ਜੀ ਦੇ ਬਰਥ ਈਅਰ ਨੂੰ ਇਹਦਾ ਫਰਸਟ ਈਅਰ ਕਿਹਾ ਜਾਂਦਾ ਹੈ। ਜਿਸ ਈਅਰ 'ਚ ਗੁਰੂ ਨਾਨਕ ਜੀ ਦਾ ਬਰਥ ਮੰਨਿਆ ਗਿਆ ਹੈ, ਉਸ ਈਅਰ ਨੂੰ ਸਿੱਖਾਂ ਦਾ ਫਰਸਟ ਈਅਰ ਮੰਨਿਆ ਗਿਆ ਹੈ। ਇਸ ਲਈ ਨਾਨਕਸ਼ਾਹੀ ਕੈਲੰਡਰ ਜਿਹੜਾ ਹੈ ਗੁਰੂ ਨਾਨਕ ਦੇਵ ਜੀ ਦੇ ਬਰਥ ਨਾਲ ਰਿਲੇਟਡ ਹੈ। ਤੇ ਖਾਲਸਾ ਜਿਹੜਾ ਹੈ ਉਹ ਖਾਲਸਾ ਪੰਥ ਦੀ ਸਥਾਪਨਾ ਵਾਲੇ ਈਅਰ ਨਾਲ ਰਿਲੇਟਡ ਹੈ। ਨਾਨਕਸ਼ਾਹੀ ਕੈਲੰਡਰ ਜਿਹੜਾ ਮੋਸਟਲੀ ਫੋਲੋ ਹੁੰਦਾ ਹੈ, ਤਾਂ ਇਹਦੀਆਂ ਡਿਟੇਲਸ ਆਪਾਂ ਸਮਝ ਲੈਣੇ ਆ। ਤਾਂ ਇਹ ਇੱਕ ਸੋਲਰ ਕੈਲੰਡਰ ਹੈ, ਦੈਟ ਮੀਨਸ ਸਨ ਤੇ ਅਰਥ ਦੀ ਮੂਵਮੈਂਟ ਦੇ ਨਾਲ ਹੀ ਇਹਦੇ ਡੇਜ਼ ਦੀ ਲੈਂਥ ਵਗੈਰਾ ਡਿਸਾਈਡ ਹੁੰਦੀ ਹੈ। ਇਹਦਾ ਫਰਸਟ ਮੰਥ ਜਿਹੜਾ ਹੈ ਉਹ ਹੈਗਾ ਚੇਤ। ਠੀਕ ਹੈ ਜੀ। ਇਹ ਯਾਦ ਰੱਖ ਲਓ, ਇਹ ਤੇ ਕੁਐਸਚਨ ਆ ਸਕਦਾ ਹੈ ਕਿ ਨਾਨਕਸ਼ਾਹੀ ਕੈਲੰਡਰ ਦਾ ਪਹਿਲਾ ਮੰਥ ਕਿਹੜਾ ਹੈ। ਆ ਪੂਰੀ ਲਿਸਟ ਮੈਂ ਤੁਹਾਨੂੰ ਪ੍ਰੋਵਾਈਡ ਕੀਤੀ ਹੈ, ਤੁਸੀਂ ਚਾਹੋ ਤਾਂ ਇਹ ਸਾਰੀ ਯਾਦ ਕਰ ਸਕਦੇ ਹੋ। ਕੁਐਸਚਨ ਕਿਸੇ ਵੀ ਤਰੀਕੇ ਨਾਲ ਆ ਸਕਦਾ ਹੈ, ਬਟ ਫਰਸਟ ਮੰਥ ਦੈਟ ਇਜ਼ ਚੇਤ, ਤੇ ਲਾਸਟ ਮੰਥ 12th ਮੰਥ ਫੱਗੁਨ। ਠੀਕ ਹੈ। ਫੱਗੁਨ ਜਾਂ ਫਗਨ
ਫੱਗਣ ਜਿਵੇਂ ਆਪਾਂ ਕਹਿੰਦੇ हैं ਇਹ ਤੁਸੀਂ ਐਟਲੀਸਟ ਫਰਸਟ ਤੇ ਲਾਸਟ ਮੰਥ ਯਾਦ ਰੱਖੋ। ਵੈਸੇ ਇਹਦਾ ਥੋੜਾ ਜਿਹਾ ਤੁਹਾਨੂੰ ਰਫ ਕੋਡ ਵੀ ਮੈਂ ਦੇ ਦਿੰਨੀ ਆ ਯਾਦ ਕਰਨ ਲਈ, ਤੁਸੀਂ ਆਪਦੇ ਅਕੋਰਡਿੰਗ ਵੀ ਬਣਾ ਸਕਦੇ ਹੋ। ਜਿਵੇਂ ਇਹਨੂੰ ਐ ਯਾਦ ਕਰ ਸਕਦੇ ਆ, ਸੀਐਮ ਜਿਹੜਾ ਹੈ ਵਿਸਾਖ ਦੇ ਮਹੀਨੇ ਵਿੱਚ ਆਪਦੇ ਜੇਠੇ ਪੁੱਤ ਨਾਲ ਸੀਐਮ ਵਿਸਾਖੀ ਦਾ ਮੇਲਾ ਦੇਖਣ ਗਿਆ ਆਪਦੇ ਜੇਠੇ ਪੁੱਤ ਨਾਲ, ਬਟ ਉੱਤੇ ਹੜ ਆ ਗਏ ਕਿਉਂਕਿ ਸੌਵਨ ਜਾਂ ਭਾਦੋ ਦਾ ਮਹੀਨਾ ਸੀਗਾ। ਠੀਕ ਹੈ ਜੀ, ਫਿਰ ਕਾफ़ी आंसूआं नाल ओह रोए। ये रफ जिहा कोड है, तुसी इस तरीके दे कोड्स बना सकते हो देखो याद करन लई। तां इन्ने मंथ्स तां तुसी इस तरीके नाल ही याद कर सकते हो। सीएम जिहड़ा है सीएम सी तो चेत विसाखी दा मेला देखन गया आपदे जेठे पुੱਤ नाल, जेठ विसाख जेठ, ठीक है जी। उत्थे हड़ आ गए सावन भादो च दा महीना क्योंकि चल रहा सी, ते काफ़ी आंसू निकले क्योंकि उत्थे बहुत डिस्ट्रक्शन हो रही सी। ठीक है जी, इस तरीके नाल तुसी इहनूं याद करन दी कोशिश कर सकते हो। रफ जिहा कोड है, तुसी भी आपदे कोलों होर इस च ऐड ऑन कर सकते हो। राइट, ये बेसिक इन्फॉर्मेशन है जिहड़ी तुहानूं पता होनी चाहिदी है। जिहड़ा नानकशाही कैलेंडर है लास्ट इंपॉर्टेंट, ये 12 माह ते बेस्ड है। जिवें कि तुहानूं पता है गुरु नानक देव जी की कंपोजिशन है 12 माह 12 मंथ्स पूरे ईयर दे उन्होंने उत्थे डिस्क्राइब किए है आपदी पोएम्स च आपदी राइटिंग्स च। तो ये उही 12 महीनों ते ये जिहड़ा कैलेंडर है बेस्ड है। ठीक है जी, ये इंपॉर्टेंट नानकशाही कैलेंडर के उत्ते डाटा है, ये याद रखो, प्रीलिम्स ते क्वेश्चन आ सकता है, इसीलिए काफ़ी इंपॉर्टेंट है। राइट, नैक्सट इंपॉर्टेंट टॉपिक कर लेने हैं पैडी स्ट्रॉ। ਤੁਹਾਨੂੰ पता ही है पैडी स्ट्रॉ मतलब स्टबल जिहड़ा है बहुत ही न्यूज़ च रहिंदा है क्योंकि इन्वायरमेंटल इशू इकोनॉमिक इशू काफ़ी क्रिएट करता है। तो ये की है, एक एग्जाम्पल आई है अपने न्यूज़पेपर च कि किवें पैडी स्ट्रॉ नूं यानी कि स्टबल नूं इंस्टेड ऑफ बर्निंग स्टबल किसान की कर रहे ने, वो इनू जैगरी, तुसीं देखे होणगे कि गुड़ दे ठेले जे लगे हुंदे हैगे रोड दी साइड ते, छोटे छोटे जैगरी मैन्युफैक्चरिंग यूनिट्स जिहड़े है वो हुंदे ने। तो हुण क्या हो रहा है, जैगरी यूनिट्स जिहड़े है यूजुअली तो बगासे या तुसीं कह सकते हो शुगर केन दा जिहड़ा रेजिड्यू है ਉਹਨੂੰ बर्न करके आपदा गुड़ बनाते रहते हैं। बट ठंड च क्या है, इस च मॉइस्चर कंटेंट काफ़ी हुंदा है, तो इनू जलाना काफ़ी मुश्किल हो जाता है। तो हुण ये जैगरी यूनिट्स क्या कर रहे हैं, इंस्टेड ऑफ यूजिंग बगासे दे आर यूजिंग स्टबल टू प्रोड्यूस हीट एंड मेक जैगरी। ठीक है, तो मतलब ये स्टबल का ऑल्टरनेटिव यूज़ है। इंस्टेड ऑफ बर्निंग इट डायरैक्टली इन द फील्ड, उन्होंने अच्छी तरीके नाल यूज़ कर रहे हैं ताकि इकनॉमिक वैल्यू भी आए तो थोड़ा बहुत कार्बन फुटप्रिंट भी जिहड़ा है वो घट सके। ठीक है, एज एन एग्जाम्पल तुसी यह लिख सकते हो जब क्वेश्चनस तुहानूं पुछदे है कि स्टबल नूं आपां किवें मैनेज कर सकते हैं, तो एक एग्जाम्पल तुसी ये लिख सकते हो कि यह जे जैगरी यूनिट्स नूं भी ये स्टबल जिहड़ा है प्रोवाइड किया जा सकता है इंस्टेड ऑफ बर्निंग इट ऑन द फील्ड। ठीक है जी, उस तो बाद आ गया तुहाडा ड्रोन इनकर्जनस, बहुत ही इंपॉर्टेंट टॉपिक है सिक्योरिटी के परसपैक्टिव तो। तुहानूं पहला भी मैं ऑलरेडी ये करा चुकी हैं। देखो पाकिस्तान जिहड़ा है इज़ एन एनिमी नेशन ऑलमोस्ट तुसीं कह सकते हो इंडिया का। ठीक है, इसीलिए इंडिया होवे पंजाब होवे इनू डीस्टेबलाइज करन लई पाकिस्तान जिहड़ी है कोशिशां करता रहिंदा है। पंजाब विच खालिस्तान मूवमेंट नू प्रमोट करना, पंजाब विच वैपन्स नू पुश करना, पंजाब विच ड्रग्स नू पुश करना। देखो पंजाब दे जद सारे यूथ जिहड़े है वो ड्रग्स विच ही इनवॉल्व रहणगे तो वो प्रोडक्टिव काम कद करनगे, है ना जी। तो इसी तरीके नाल पंजाब दा डेमोग्राफी डिविडेंड नू खराब करना भी पाकिस्तान दी साजिश रही है। तो इसे लिए देखो अजकल ड्रोन्स की टैक्नोलॉजी पाकिस्तान यूज़ कर रहा है ताकि पंजाब विच ये इनस्टेबिलिटी क्रिएट करने वाले पदार्थां नू मटीरियल्स नू पुश किया जा सके। तो ड्रोन्स यूज़ किए जा रहे हैं ड्रग्स पुश करन लई, आर्म्स वैपनरी पुश करन लई, फेक करंसी पुश करन लई। ठीक है, नकली करंसी ये भी इकोनॉमी ते बहुत डिस्टेबलाइजिंग इहदा इफेक्ट हुंदा है। अगर तुसीं ये तीन नूं याद भी करना ना, डैफ तो याद कर सकते हो। अगर तुसीं यूपीएससी दिता है तुहानूं पता हो डैफ फॉर्म हुंदा है, डिटेल्ड एप्लीकेशन फॉर्म यूपीएससी दा। तो इहदे लई तुसीं ये कीवर्ड यूज़ कर सकते हो। देखो आपदे अकॉर्डिंग बनाई जाओ, मैं तुहानूं आइडिया दे रही हूँ कि किस तरीके नाल आपां मल्टीपल पॉइंट्स जिहड़े हैं याद रखते हैं। आपां नूं इसे तरीके दे निमोनिक्स वगैरह बनाने पैंदे हैं ताकि आपां नूं इन्फॉर्मेशन याद रहे। ये मैं तुहानूं सिर्फ गाइडलाइन दे रही हैं, तुसीं आपदे अकॉर्डिंग
ਜਿਹੜੀ ਚੀਜ਼ ਜਿਸ ਨਿਮੋਨਿਕ ਨਾਲ ਤੁਹਾਨੂੰ ਯਾਦ ਹੁੰਦਾ ਉਹ ਤੁਸੀਂ ਬਣਾ ਕੇ ਇਹ ਇੰਪੋਰਟੈਂਟ ਪੁਆਇੰਟਸ ਯਾਦ ਰੱਖਣ ਦੀ ਕੋਸ਼ਿਸ਼ ਕਰੋ। ਠੀਕ ਹੈ ਜੀ। ਤਾਂ ਫਿਰ ਇਸ ਪਰਪਸਿਸ ਲਈ ਇਹ ਡਰੋਨ ਜਿਹੜੇ ਯੂਜ਼ ਹੋ ਰਹੇ ਨੇ ਪਾਕਿਸਤਾਨ ਦੇ ਦੁਆਰਾ, ਇਹ ਡਾਟਾ ਆਪਾਂ ਪਿਛਲੀ ਡਿਸਕਸ਼ਨ 'ਚ ਕੀਤਾ ਸੀ ਕਿਵੇਂ ਡਿਸਟ੍ਰਿਕਟ ਵਾਈਜ਼ ਜਿਹੜੇ ਹੈ ਡਰੋਨਸ ਪਾਏ ਗਏ ਨੇ। ਅੰਮ੍ਰਿਤਸਰ 'ਚ ਆਲਮੋਸਟ 90 ਡਰੋਨ ਸਾਈਟਿੰਗਸ ਹੋਈਆਂ ਇਸ ਸਾਲ ਦੇ ਵਿੱਚ, ਫਿਰੋਜ਼ਪੁਰ 'ਚ ਆਲਮੋਸਟ 50, ਗੁਰਦਾਸਪੁਰ 'ਚ ਆਲਮੋਸਟ 40, ਅਬੋਹਰ 'ਚ 15 ਤੇ ਅਦਰ ਡਿਸਟ੍ਰਿਕਟਸ 'ਚ 1 ਡਰੋਨ ਦੇਖਿਆ ਗਿਆ। ਇਹ ਜਿਹੇ ਡਾਟਾ ਅਗਰ ਤੁਸੀਂ PCS ਦੇ ਆਨਸਰਸ 'ਚ ਲਿਖੋਗੇ ਕਾਫੀ ਅੱਛੇ ਮਾਰਕਸ ਮਿਲਣਗੇ ਤੁਹਾਨੂੰ, ਕਲੀਅਰ ਹੋਣ ਦੀ, ਮੇਨਸ ਕਲੀਅਰ ਹੋਣ ਦੀ ਤੁਹਾਡੀ ਸੰਭਾਵਨਾ ਜਿਹੜੀ ਹੈ ਕਾਫੀ ਵੱਧ ਜਾਂਦੀ ਹੈ। ਠੀਕ ਹੈ। ਹੁਣ ਨੈਕਸਟ ਇੰਪੋਰਟੈਂਟ, ਇਹ ਸਾਰੀ ਇਨਫੋਰਮੇਸ਼ਨ ਤਾਂ ਆਪਾਂ ਪਿਛਲੀ ਵਾਰ ਵੀ ਡਿਸਕਸ ਕਰ ਚੁੱਕੇ हैं। ਅੱਜ ਜੋ ਨਵਾਂ ਡਾਟਾ, ਨਈ ਇਨਫੋਰਮੇਸ਼ਨ ਆਈ ਹੈ ਉਹ ਇਸ ਤਰੀਕੇ ਨਾਲ ਹੈ। ਤਾਂ ਦੇਖੋ ਆਰਟੀਕਲ ਕਹਿੰਦਾ ਹੈ ਕਿ ਮਤਲਬ ਪਾਕਿਸਤਾਨ ਦਾ ਤੁਸੀਂ ਅਗਰ ਬਾਰਡਰ ਦੇਖੋ ਇੰਡੀਆ ਦੇ ਨਾਲ, ਤਾਂ ਇਹ 4 ਸਟੇਟਸ ਹੈ ਜਿਹੜੀਆਂ ਕਵਰ ਹੁੰਦੀਆਂ ਹੈ, ਯਾਨੀ ਕਿ ਜੰਮੂ ਕਸ਼ਮੀਰ, ਪੰਜਾਬ, ਰਾਜਸਥਾਨ ਤੇ ਗੁਜਰਾਤ। ਤੇ ਇਹਨਾਂ ਚੋਂ ਸਭ ਤੋਂ ਜ਼ਿਆਦਾ ਵਲਨਰੇਬਲ ਅਗਰ ਤੁਸੀਂ ਬਾਰਡਰ ਦੇਖੋ ਉਹ ਪੰਜਾਬ ਬਣਿਆ ਹੋਇਆ ਅੱਜ ਦੀ ਡੇਟ ਵਿੱਚ। ਪੰਜਾਬ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਨੈਗੇਟਿਵ ਐਕਟੀਵਿਟੀ ਜਿਹੜੀ ਪਾਕਿਸਤਾਨ ਦੇ ਦੁਆਰਾ ਜਿਹੜੀ ਹੈ ਰਿਪੋਰਟ ਹੋ ਰਹੀ ਹੈ। ਠੀਕ ਹੈ ਜੀ। ਤਾਂ ਇਹ ਜਿਹਾ ਸੈਂਟੈਂਸ ਵੀ ਤੁਸੀਂ ਲਿਖ ਸਕਦੇ ਹੋ ਕਿ ਪੰਜਾਬ ਹੈਜ਼ ਬਿਕਮ ਦੀ ਮੋਸਟ ਐਕਟਿਵ ਸੈਕਟਰ, ਮੋਸਟ ਵਲਨਰੇਬਲ ਸੈਕਟਰ ਆਫ ਆਲ ਦੀ 4 ਸਟੇਟ ਦੈਟ ਸ਼ੇਅਰ ਅ ਬਾਰਡਰ ਵਿਦ ਪਾਕਿਸਤਾਨ। ठीक है। इसलिए मतलब पंजाब की सिक्योरिटी दे लई ये काफ़ी वड्डा इशू है। बोथ सेंटर ते स्टेट गवर्नमेंट नूं इहदे लई काउंटर मैजर्स अपनाना बहुत ज़रूरी है ना जी। काउंटर मैजर्स तुसी देखो हुण BSF जिहड़ी है अपना भी रही है। एक होर डाटा भी आया है, पहला वो डिस्कस कर लैने हैं। BSF ने यह डाटा दिता है दैट सेज कि अगर 2021 च देखिए तो सिर्फ 67 ड्रोन एक्टिविटीज़ देखियां गईयां सी, बट हुण 2022 च तुसी देखो 4 टाइम्स इनक्रीज हो गई हैं, इवन मोर दैन दैट 254 ड्रोन एक्टिविटीज़ जिहड़ियां हैं 2022 विच देखी गई है। ठीक है जी। ये भी बहुत इंपॉर्टेंट ते अच्छा डाटा है, इनू भी याद करके रखो, आंसर्स च काफ़ी तुहानू हेल्प करेगा। तो ये BSF ने दिता है डाटा, तो तुसी हमेशा BSF लिख के ये जिहड़ा डायग्राम बना सकते हो। ये एवें तुसी कलरफुल या तुसी कह सकते हो कि अट्रैक्टिव रिप्रजेंटेशन डाटा दी देनी है, इंस्टेड ऑफ जस्ट राइटिंग अ लाइन। तुसी इस तरीके नाल फ्लो चार्ट, स्टैट्स, डायग्राम्स वगैरह बना के आओ, इहदे नाल तुहानू होर एडिशनल नंबर मिलणगे। ठीक है जी। ये तीनों डायग्राम आप याद रखो। मैप इंडिया का बना के आओ, ये वाला चार्ट बना के आओ, ये वाला टेबल लिख के आओ। ड्रोन का कोई भी क्वेश्चन आवे, कोई भी ऐसे आवे सिक्योरिटी ते, पंजाब की सिक्योरिटी ते, बॉर्डर सिक्योरिटी ते, बॉर्डर मैनेजमेंट ते, तो काफ़ी अच्छे नंबर मिलणगे। ठीक है जी। हुण इस थ्रैट नू काउंटर करन लई BSF की कर रही है, पर्सनैले ट्रेनिंग हो रही है ताकि ड्रोन्स दे थ्रैट नू मैनेज करन लई आपां नवें सॉल्यूशंस इन्वेंट कर सकीए। ठीक है जी। कैपेसिटी बिल्ड करना, अपनी फोर्सिस च ट्रेनिंग करना सब तो इंपॉर्टेंट स्टैप है, तो उत्ते ही हुण BSF ने फोकस करना शुरू कर दिता है। ठीक है जी। ये बहुत इंपॉर्टेंट टॉपिक है, ध्यान नाल सारा डाटा याद करन दी कोशिश करो। राइट। नैक्सट बहुत ही इंपॉर्टेंट टॉपिक अपने लिए डीलिमिटेशन कमीशन। ठीक है जी। डीलिमिटेशन तुहानू पता ही है, फॉर इलैक्शन पर्पसेस अपनी पूरी इंटायर कंट्री जिहड़ी है वेरीअस कॉन्स्टिट्यूएंसीज च डिवाइडेड हुंदी है, वेरीअस पार्ट्स च डिवाइडेड हुंदी है। तो डीलिमिटेशन का मतलब यही है इलैक्शन पर्पसेस लई ये बाउंडरीज फिक्स करना, उसनू ही डीलिमिटेशन कहते हैं। पूरी कंट्री नू डिफरेंट इलैक्टोरल यूनिट्स विच डिवाइड करना, ओनू ही डीलिमिटेशन कहते हैं। ठीक है जी। तो फिर हुणे बाउंडरीज सैट करन लई आपां एक स्पैशल डीलिमिटेशन काउंसिल जिहड़ी है आपां नू प्रोवाइड की गई है। तो कॉन्स्टिट्यूशन दे आर्टिकल 82 दे अंडर डीलिमिटेशन कमीशन सैटअप करन लई प्रोविजन है। देखो आर्टिकल 82 क्या कहता है कि पार्लीमेंट एक लॉ बना के, डीलिमिटेशन एक्ट बना के डीलिमिटेशन कमीशन जिहड़ी है सैटअप कर सकती है हर सेंसस दे बाद टू डीलिमिट, टू फिक्स दी बाउंड्रीज। ठीक है जी। तो फिर मतलब डीलिमिटेशन कमीशन जिहड़ी एक स्टेचुटरी बॉडी है, प्रोवाइडेड बाय कॉन्स्टिट्यूशन अंडर आर्टिकल 82 एंड क्रिएटेड अंडर दी डीलिमिटेशन कमीशन एक्ट। ठीक है जी। इसलिए स्टेचुटरी बॉडी है, डीलिमिटेशन कमीशन एक्ट के अंदर ये एस्टैबलिश की जाती है।
ਪ੍ਰੈਜ਼ੀਡੈਂਟ ਜਿਹੜਾ ਹੈ ਵਿਦ ਰਿਕਮੈਂਡੇਸ਼ਨ ਆਫ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਇਹਦੇ ਮੈਂਬਰਸ ਜਿਹੜਾ ਹੈ ਅਪਾਇੰਟ ਕਰਦਾ ਹੈ। ठीक है जी। तो देखो ये जिहड़ी कमीशन है ये इन्नी पावरफुल कमीशन है, तुसी कह सकते हो कि इस दे डिसीजनस जिहड़े है किसी भी कोर्ट विच, नॉट इवन इन सुप्रीम कोर्ट यू कैन नॉट चैलेंज ये डिसीजनस च कोई मोडिफिकेशन भी नहीं अलाउ हुंदी। ठीक है, दैट शोज कि दिस कमीशन इज़ अ वेरी पावरफुल कमीशन एंड दिस इज़ एन इंडिपेंडेंट कमीशन। किसी के इन्फ्लुएंस के नाल ये डिसीजनस विच जिहड़े है चेंजिस नहीं आते। ठीक है जी, ये इंपॉर्टेंट इन्फॉर्मेशन याद रखनी है। अज तक 4 बार डीलिमिटेशन कमीशन सैटअप की गई है। पहला सेंसस जिहड़ा अपना इंडिया का तुसीं कह सकते हो इंडिपेंडेंस के बाद होया, तो उस तो बाद पहली कमीशन 1952 च एस्टैबलिश की गई, दूसरी बार 1962 च, दैन 1972 ते दैन 2002। हर 10 साल बाद सेंसस हुंदा है, हर सेंसस के बाद डीलिमिटेशन कमीशन हुंदी है ना जी। इसीलिए देखो हर 10 साल बाद ये कमीशन सैटअप हो रही है। ठीक है, हुण तुसीं सोच रहे होंगे कि 10 साल होर हो गए है, 2022 च दोबारा सैटअप हो जानी चाहिए सी, बट एवें नहीं हो रहा है। क्यों? क्योंकि देखो जो लास्ट कमीशन सैटअप हुई सी 2002 च, जिहड़ी एक्ट डीलिमिटेशन कमीशन एक्ट 2002 जिहड़ी सी उन्हें ये कहा सी, उस अमेंडमेंट ने 84th अमेंडमेंट करके ये लिखा गया सी कि जिहड़ी ये डीलिमिटेशन है ये 2026 तक वैलिड रहेगी। ठीक है, मतलब आपां नूं 2022 च दोबारा तो डीलिमिटेशन करन दी ज़रूरत नहीं है, क्योंकि ये 26 तक यही वाली डीलिमिटेशन जिहड़ी है वो चलनी है। 2026 तो बाद दोबारा ये कमीशन सैटअप की जाएगी नैक्सट सैट ऑफ बाउंडरीज नूं एस्टैबलिश करन लई। ठीक है जी, हुण देखो पार्लीमेंट च टोटल सीट्स लोक सभा दियां 550 फिक्स कीतियां गईयां है, राज्य सभा दियां सीट्स 250 फिक्स कीतियां गईयां है। मतलब टोटल कॉन्स्टिट्यूएंसीज जिहड़ियां है मैक्सीमम कॉन्स्टिट्यूएंसीज इन्नियां हो सकदियां ने। तो डीलिमिटेशन कमीशन का हुण यह टास्क है कि सारी इंडिया की पॉपूलेशन जिहड़ी है इन्ने नंबर्स जो वो डिस्ट्रीब्यूट कर पावे। ठीक है जी, यही सब डाटा इस च लिखिया होया है, तुसी ये ध्यान नाल बाद च पढ़ लियो, सोनू ज़्यादा समझ आ जाएगा। मैं बेसिक डिटेल्स सोनू कीवर्ड्स के थ्रू इत्थे समझातियां। ठीक है जी, ये इंपॉर्टेंट है डीलिमिटेशन कमीशन। हुण प्रेजेंटली ये जम्मू कश्मीर लई एस्टैबलिश की हुई है, क्योंकि तुहानूं पता ही है आर्टिकल 370 जिहड़ा रिवोक हो गया सी, उस तो बाद जम्मू कश्मीर जिहड़ी है सैपरेट स्टेट बन गई है, तो उहदे लई डीलिमिटेशन प्रोसैस करना जरूरी सी। तो इसीलिए हुण डीलिमिटेशन कमीशन जिहड़ी प्रेजेंटली सैटअप की है वो जम्मू कश्मीर लई सैटअप की हुई है गवर्नमेंट ने। इस कॉन्टैक्स्ट च न्यूज़ च रहिंदी है, इसलिए क्वेश्चन भी बन सकता है। बहुत ही हाईली प्रोबेबल टॉपिक है, इनू बहुत अच्छे तरीके नाल याद करके रखो ये सारी इन्फॉर्मेशन। ठीक है जी, हुण आपां 30 दिसंबर के टॉपिक्स डिस्कस कर लैंदे हैं। पंजाब रीनेम्स 56 गवर्नमेंट स्कूल्स। तो देखो ये तुसी सोसाइटी के सैक्शन च आपदे आंसर लिखण वेले यूज़ कर सकते हो। छोटी जी एग्जाम्पल है तुहाडे लई कि किवें कास्टिज़म नूं खत्म करन लई गवर्नमेंट जिहड़े है एफर्ट्स लै रही है। तो ये एक एफर्ट ही है, स्कूल रीनेमिंग की जा रही है। जिन्ना स्कूल दे नाम नेम्स च तुसी कह सकते हो कि कास्ट का रैफरेंस सी, उन्ना स्कूल्स का नेम चेंज करके उन्होंने कास्ट न्यूट्रल बनाया जा रहा है। ठीक है जी, जिमें कि बाजीगर एक कास्ट है, बहुत सारे स्कूलों के नाम च बाजीगर नाम आंदा है, तो उन्होंने हटा के हम नॉर्मल नाम रखे जा रहे हैं। ठीक है जी, एक और इंपॉर्टेंट डाटा जिहड़ा इस आर्टिकल च आया है कि पंजाब च हाईएस्ट एससी पॉपूलेशन है पूरी कंट्री च। अगर तुसी देखो सब तो ज़्यादा एससी पॉपूलेशन पंजाब विच है। ठीक है, ये डाटा कभी कम आ सकता है, इसलिए याद रखो, इनू लिख के रखो। हाईएस्ट एससी पॉपूलेशन पंजाब विच है। इवन इंटरव्यू च ये क्वेश्चन पूछा जा सकता है तुहानू, तो ये भी डाटा याद रखो। ये कुछ एग्जाम्पल्स है कास्ट्स दियां जिहड़ियां कि पंजाब दे विच रिकगनाइज ने एज एससी कास्ट्स। ठीक है जी, ये थोड़ी फैक्चुअल इन्फॉर्मेशन है, बस ये एग्जाम्पल याद रखो। अगर कास्टिज़म ते कोई क्वेश्चन आंदा है तुसी गवर्नमेंट मैजर्स से एग्जाम्पल लिख सकते हो, किवें पंजाब गवर्नमेंट मैजर्स लै रही है पंजाब विच कास्टिज़म नूं वीकन करन लई। ठीक है जी,
ਹੁਣ ਲਾਸਟ ਬਟ ਵੈਰੀ ਇੰਪੋਰਟੈਂਟ ਟੌਪਿਕ ਹੈ ਮਿਲਟਸ ਤੇ। ਆਲਰੇਡੀ 21 ਦਸੰਬਰ ਦੀ ਡਿਸਕਸ਼ਨ 'ਚ ਮੈਂ ਬਹੁਤ ਹੀ ਜ਼ਿਆਦਾ ਡਿਟੇਲ 'ਚ ਮਿਲਟਸ ਪੂਰੇ ਕਵਰ ਕਰਾਏ ਹੈ। ਇਹ ਬਹੁਤ ਹੀ ਇੰਪੋਰਟੈਂਟ ਹੈ ਤੁਹਾਡੇ ਲਈ। ਤੁਹਾਨੂੰ ਪਤਾ ਹੈ, ਮੈंने ਦੱਸਿਆ ਹੈ UN ਵਿੱਚ 2023 ਜਿਹੜਾ ਹੈ ਈਅਰ ਆਫ ਇੰਟਰਨੈਸ਼ਨਲ ਈਅਰ ਆਫ ਮਿਲਟਸ ਡਿਕਲੇਅਰ ਕਰ ਦਿੱਤਾ ਗਿਆ ਹੈ, ਉਹ ਵੀ ਇੰਡੀਆ ਦੀ ਅਗਵਾਈ ਦੇ ਅੰਡਰ। ਤਾਂ ਇਸੇ ਲਈ ਇਹ 2023 ਜਿਹੜਾ ਹੈ ਇੰਟਾਇਰ ਈਅਰ 'ਚ ਮਿਲਟਸ ਦੇ ਬਾਰੇ ਅਵੇਅਰਨੈਸ ਕ੍ਰੀਏਸ਼ਨ ਤੇ ਫੋਕਸ ਕੀਤਾ ਜਾਏਗਾ। ਤਾਂ ਇਹ ਰਿਪੀਟਡਲੀ ਨਿਊਜ਼ 'ਚ ਰਹੂਗੀ, ਤੁਹਾਡੇ ਲਈ ਬਹੁਤ ਇੰਪੋਰਟੈਂਟ ਹੈ। ਇਹ ਤੇ ਕੁਐਸਚਨ ਪੱਕਾ ਆਣਾ ਹੀ ਆਣਾ ਹੈ। ਤਾਂ ਇਸੇ ਲਈ ਆ ਥੋੜੀ ਇਨਫੋਰਮੇਸ਼ਨ, ਥੋੜਾ ਡਾਟਾ ਜਿਹੜਾ ਮੈਂ ਇੱਥੇ ਲਿਖਿਆ ਹੈ, ਇਹ ਸਭ ਤੁਸੀਂ ਯਾਦ ਕਰਨ ਦੀ ਕੋਸ਼ਿਸ਼ ਕਰੋ। ਜਿਹੜੀ ਮਿਲਟ ਦੀ ਟੋਟਲ ਪ੍ਰੋਡਕਸ਼ਨ ਹੈ ਇੰਡੀਆ 'ਚ, ਉਹ 18 ਮਿਲੀਅਨ ਟਨਸ ਦੇ ਅਰਾਊਂਡ ਹੈ। ਤੁਸੀਂ ਕਹਿ ਸਕਦੇ ਹੋ ਇਹ ਡਾਟਾ ਤੁਸੀਂ ਆਪਦੀ ਇੰਟਰੋਡਕਸ਼ਨ ਵਿੱਚ, ਆਨਸਰ ਇੰਟਰੋਡਕਸ਼ਨ ਵਿੱਚ ਲਿਖੋ, ਠੀਕ ਹੈ। ਹੋਰ ਵੀ ਬਹੁਤ ਡਾਟਾ ਮੈਂ 21 ਦਸੰਬਰ ਦੀ ਡਿਸਕਸ਼ਨ 'ਚ ਦਿੱਤਾ ਸੀ, ਉਹਨੂੰ ਵੀ ਤੁਸੀਂ ਯੂਜ਼ ਕਰ ਸਕਦੇ ਹੋ। ਤੇ ਦੇਖੋ 21 ਦਸੰਬਰ ਦੀ ਡਿਸਕਸ਼ਨ 'ਚ ਮੈंने ਇਹ 10 ਮਿਲੀਅਨ ਟਨ ਟੋਟਲ ਇੰਡੀਆ ਦੀ ਪ੍ਰੋਡਕਸ਼ਨ ਦੱਸੀ ਸੀ। ਤਾਂ ਉਹ ਕੁਝ 올ਡ ਡਾਟਾ ਹੋਣਾ ਹੈ। ਇਸ ਆਰਟੀਕਲ 'ਚ ਇਹ ਲੇਟੈਸਟ ਡਾਟਾ ਆਇਆ ਹੈ, ਤਾਂ ਤੁਸੀਂ ਆ ਲੇਟੈਸਟ ਡਾਟਾ ਹੁਣ ਯੂਜ਼ ਕਰੋਗੇ। ਇਹ ਵਾਲਾ 10 ਮਿਲੀਅਨ ਵਾਲਾ ਆਪਾਂ ਨਹੀਂ ਯੂਜ਼ ਕਰਾਂਗੇ। ਟੋਟਲ ਇੰਡੀਆ ਵਿੱਚ 18 ਮਿਲੀਅਨ ਟਨ ਪ੍ਰੋਡਕਸ਼ਨ ਹੈ। ਤੇ ਪੰਜਾਬ 'ਚ ਅਗਰ ਤੁਸੀਂ ਦੇਖੋ ਤਾਂ 1950s ਵਿੱਚ 11 ਲੱਖ ਹੈਕਟੇਅਰ ਜਿਹੜੀ ਹੈ, ਤੁਸੀਂ ਕਹਿ ਸਕਦੇ ਹੋ ਏਰੀਆ ਜਿਹੜਾ ਹੈ ਮਿਲਟ ਦੇ ਪ੍ਰੋਡਕਸ਼ਨ ਦੇ ਅੰਦਰ ਸੀ। ਬਟ ਉਹ ਤੋਂ ਬਾਅਦ ਗ੍ਰੀਨ ਰੈਵੋਲੂਸ਼ਨ ਆਈ, ਆਪਾਂ ਨੂੰ ਪਤਾ ਹੀ ਹੈ। ਵੀਟ ਤੇ ਰਾਈਸ ਕ੍ਰੌਪ ਜਿਹੜੀਆਂ ਬਹੁਤ ਪ੍ਰਮੋਟ ਹੋਈਆਂ, ਮਿਲਟ ਪ੍ਰੋਡਕਸ਼ਨ ਬਹੁਤ ਹੀ ਜ਼ਿਆਦਾ ਘਟ ਗਈ। 1970s ਆਉਂਦੇ ਸਿਰਫ 2 ਲੱਖ ਹੈਕਟੇਅਰ ਤੁਸੀਂ ਕਹਿ ਸਕਦੇ ਹੋ ਜ਼ਮੀਨ ਜਿਹੜੀ ਹੈ, ਲੈਂਡ ਜਿਹੜੀ ਹੈ ਪੰਜਾਬ ਵਿੱਚ, ਉਹ ਮਿਲਟ ਕਲਟੀਵੇਸ਼ਨ ਦੇ ਅੰਡਰ ਰਹਿ ਗਈ ਸੀ। ਤੇ ਹੁਣ ਅਗਰ ਪ੍ਰੈਜ਼ੈਂਟ ਕੰਟੈਕਸਟ ਦੇਖੋ ਤਾਂ ਆਲਮੋਸਟ ਨੈਗਲੀਜੀਬਲ ਏਰੀਆ ਜਿਹੜਾ ਹੈ ਪੰਜਾਬ ਦਾ ਅੰਡਰ ਮਿਲਟ ਕਲਟੀਵੇਸ਼ਨ ਹੈ, ਠੀਕ ਹੈ। ਇਹ ਬਹੁਤ ਹੀ ਅੱਛਾ ਡਾਟਾ ਹੈ। ਤੁਸੀਂ ਗ੍ਰੀਨ ਰੈਵੋਲੂਸ਼ਨ ਦੇ ਕੁਐਸਚਨ 'ਚ, ਗ੍ਰੀਨ ਰੈਵੋਲੂਸ਼ਨ ਦੇ ਇੰਪੈਕਟਸ 'ਚ ਵੀ ਇਹ ਯੂਜ਼ ਕਰ ਸਕਦੇ ਹੋ। ਐਗਰੀਕਲਚਰਲ ਇਸ਼ੂਜ਼ 'ਚ ਇਹ ਬਹੁਤ ਜ਼ਿਆਦਾ ਯੂਜ਼ ਹੋ ਸਕਦਾ ਹੈ। ਬਹੁਤ ਹੀ ਜ਼ਿਆਦਾ ਇੰਪੋਰਟੈਂਟ ਆਰਟੀਕਲ ਹੈ। ਮੈਂ ਜ਼ਿਆਦਾ ਐਮਫੈਸਿਸ ਕਿਵੇਂ ਕਰਾਂ ਮੈਨੂੰ ਸਮਝ ਨਹੀਂ ਹੈ, ਬਟ ਜਸਟ ਇਹ ਕਹਿਣਾ ਚਾਹ ਰਹੀ ਹਾਂ ਕਿ ਇਹਨੂੰ ਪਲੀਜ਼ ਨਿਗਲੈਕਟ ਨਹੀਂ ਕਰਨਾ ਹੈ। ਇਹਦੀ 21 ਦਸੰਬਰ ਵਾਲੇ ਸਾਰਾ ਡਾਟਾ ਵੀ ਤੁਸੀਂ ਧਿਆਨ ਨਾਲ ਕਰਨਾ ਹੈ। ਇੰਡੀਆ 'ਚ ਦੇਖੋ 9 ਟਾਈਪ ਦੀ ਮਿਲਟਸ ਜਿਹੜੀਆਂ ਗਰੋ ਕੀਤੀਆਂ ਜਾਂਦੀਆਂ, 9 ਟਾਈਪਸ। ਇਹਨਾਂ ਸਭ ਦੇ ਨਾਮ ਤੁਸੀਂ ਇੱਕ ਵਾਰ ਦੇਖ ਲੈਣਾ, ਕੁਐਸਚਨ ਆ ਸਕਦਾ ਹੈ ਕਿ ਕਿਹੜੀਆਂ 3 ਮੇਜਰ ਮਿਲਟਸ ਹੈ, ਰਾਗੀ, ਜਵਾਰ, ਬਾਜਰਾ, ਬਾਕੀ ਮਾਈਨਰ ਮਿਲਟਸ ਹੈ। ਕੁਐਸਚਨ ਆ ਸਕਦਾ ਹੈ ਕਿ ਇੰਡੀਆ ਵਿੱਚ ਕਿਹੜੀਆਂ ਮਿਲਟਸ ਗਰੋ ਹੁੰਦੀਆਂ ਹੈ, ਚੂਜ਼ ਫਰੋਮ ਦੀ ਫੋਲੋਇੰਗ, ਠੀਕ ਹੈ। ਹੁਣ ਇਹਦੇ ਸਾਰੇ ਐਡਵਾਂਟੇजेस ਇਹ ਆਲਰੇਡੀ ਮੈਂ ਡਿਟੇਲ 'ਚ ਕਰ ਚੁੱਕੀ ਹਾਂ। ਬਸ ਇਸ ਆਰਟੀਕਲ 'ਚ ਕੁਝ ਨਵੇਂ ਅੱਛੇ ਪੁਆਇੰਟ ਸੀ, ਉਹ ਮੈਂ ਇੱਥੇ ਇਨਕਲੂਡ ਕਰ ਲਏ ਨੇ। ਦੇਖੋ ਮਿਲਟਸ ਨੂੰ ਕਲਾਈਮੇਟ ਸਮਾਰਟ ਗ੍ਰੇਨ ਵੀ ਕਿਹਾ ਜਾ ਸਕਦਾ ਹੈ, ਕਿਉਂਕਿ ਇਹ ਬਹੁਤ ਹੀ ਘੱਟ ਪਾਣੀ ਵਿੱਚ, ਡਰਾਈ ਕੰਡੀਸ਼ਨਸ ਵਿੱਚ ਵੀ ਗਰੋ ਹੋ ਜਾਂਦੀਆਂ ਨੇ। ਤਾਂ ਇਹਨੂੰ ਕਲਾਈਮੇਟ ਸਮਾਰਟ ਗ੍ਰੇਨ ਵੀ ਕਿਹਾ ਜਾਂਦਾ ਹੈ। ਇਹ ਤੁਸੀਂ ਸਿਗਨੀਫੀਕੈਂਸ ਵਿੱਚ ਲਿਖੋਗੇ ਇਹਦੇ, ਠੀਕ ਹੈ ਜੀ। ਇੱਕ ਕਲਾਈਮੇਟ ਰਿਜ਼ੀਲੀਐਂਟ ਦਾ ਕੀ ਮਤਲਬ ਕਿ ਐਡਵਰਸ ਕਲਾਈਮੈਟਿਕ ਕੰਡੀਸ਼ਨਸ ਨੂੰ ਵੀ ਜੋ ਸਹਿਨ ਕਰ ਸਕੇ, ਇसीलिए ਕਲਾਈਮੇਟ ਰਿਜ਼ੀਲੀਐਂਟ ਕ੍ਰੌਪ ਵੀ ਹੈ। ਡਰਾਈ ਲੈਂਡ ਐਗਰੀਕਲਚਰ ਵਿੱਚ ਕਾफ़ੀ ਯੂਜ਼ ਹੁੰਦੀ ਹੈ। ਡਰਾਈ ਲੈਂਡ ਐਗਰੀਕਲਚਰ ਮਤਲਬ ਇਹ ਜਿਹੇ ਏਰੀਆ ਜਿੱਥੇ ਰੇਨਫਾਲ ਕਾफ़ੀ ਘੱਟ ਹੁੰਦੀ ਹੈ, 70 to 80 ਸੈਂਟੀਮੀਟਰਸ ਮੈਕਸਿਮਮ ਰੇਨਫਾਲ ਉੱਥੇ ਹੁੰਦੀ ਹੈ। ਤਾਂ ਉਹਨਾਂ ਏਰੀਆਜ਼ 'ਚ ਵੀ ਇਹ ਗਰੋ ਹੋ ਸਕਦੀਆਂ, ਕਿਉਂਕਿ ਮਿਲਟਸ ਨੂੰ ਜ਼ਿਆਦਾ ਪਾਣੀ ਨਹੀਂ ਚਾਹੀਦਾ ਹੁੰਦਾ। ਤੁਸੀਂ ਆ ਦੇਖੋ, ਅਗਰ ਤੁਸੀਂ 1 kg ਰਾਈਸ ਗਰੋ ਕਰਨਾ ਹੈ ਤਾਂ ਵਾਟਰ ਰਿਕੁਆਇਰਮੈਂਟ ਹੋਣੀ ਹੈ ਤੁਹਾਡੀ 4000 ਲੀਟਰਸ 1 kg ਰਾਈਸ ਲਈ। ਮੈਂ ਦੁਬਾਰਾ ਲਿਖਦੀ ਹਾਂ ਇਹਨੂੰ, 1 kg ਰਾਈਸ ਅਗਰ ਤੁਸੀਂ ਗਰੋ ਕਰਨਾ ਹੈ, ਤੁਹਾਡੀ ਵਾਟਰ ਰਿਕੁਆਇਰਮੈਂਟ ਹੈ 4000 ਲੀਟਰ, ਠੀਕ ਹੈ ਜੀ। ਬਟ ਅਗਰ 1 kg ਤੁਸੀਂ ਮਿਲਟ, ਪਰਲ ਮਿਲਟ ਜਿਹੜੀ ਹੈ ਗਰੋ ਕਰਨੀ ਹੈ, ਉਹਦੇ ਵਿੱਚ ਤੁਹਾਨੂੰ ਸਿਰਫ 200 ਲੀਟਰ ਪਾਣੀ ਵਾਟਰ ਰਿਕੁਆਇਰਮੈਂਟ ਹੈ, ਠੀਕ ਹੈ ਜੀ। ਇਹ ਡਾਟਾ ਬਹੁਤ ਇੰਪੋਰਟੈਂਟ ਹੈ। ਇਹ ਲਿਖ ਕੇ ਆਣਾ ਆਪਦੇ ਪੁਆਇੰਟਸ 'ਚ ਜਦੋਂ ਤੁਸੀਂ ਮਿਲਟਸ ਦੀ ਸਿਗਨੀਫੀਕੈਂਸ ਲਿਖ ਰਹੇ ਹੋ, ਰਾਈਟ। ਤਾਂ ਇਸੇ ਲਈ ਵੀ ਇਹ ਬਹੁਤ ਇੰਪੋਰਟੈਂਟ ਹੈ। ਮਿਲਟਸ ਬਹੁਤ ਹੀ ਨਿਊਟ੍ਰੀਸ਼ਨ ਰਿਚ ਫੂਡ ਹੁੰਦਾ ਹੈ। ਇਹਨਾਂ 'ਚ ਜ਼ਿੰਕ, ਆਇਰਨ, ਪ੍ਰੋਟੀਨ, ਬਾਜਰਾ ਵਗੈਰਾ 'ਚ ਤੁਸੀਂ ਦੇਖੋ ਬਹੁਤ ਅੱਛਾ ਹੈ। ਡਾਇਬਟਿਕ ਪੇਸ਼ੈਂਟਸ ਲਈ ਵੀ ਬਾਜਰਾ, ਜਵਾਰ ਦੀ ਰੋਟੀਆਂ ਵਗੈਰਾ ਬਹੁਤ ਰਿਕਮੈਂਡ ਕੀਤੀਆਂ ਜਾਂਦੀਆਂ ਹੈ। ਤਾਂ ਆਪਣੇ ਮਿਡ ਡੇ ਮੀਲ 'ਚ ਵੀ ਆਪਾਂ ਇਨਕਲੂਡ ਕਰ ਸਕਦੇ ਹਾਂ ਨਿਊਟ੍ਰੀਸ਼ਨਲ ਸਿਕਿਉਰਿਟੀ ਇੰਸ਼ੋਰ ਕਰਨ ਲਈ, ਹੈ ਨਾ ਜੀ।
ਇਹ ਫੂਡ ਸਿਕਿਉਰਿਟੀ ਇੰਸ਼ੋਰ ਕਰੂ, ਨਿਊਟ੍ਰੀਸ਼ਨਲ ਸਿਕਿਉਰਿਟੀ ਇੰਸ਼ੋਰ ਕਰੂ, ਸੋਸ਼ਲ ਸਿਕਿਉਰਿਟੀ ਪ੍ਰੋਗਰਾਮਸ 'ਚ ਆਪਾਂ ਇਹਨਾਂ ਨੂੰ ਇੰਟਰੋਡਿਊਸ ਕਰ ਸਕਦੇ ਹਾਂ। ਫੋਰਨ ਪੋਲਿਸੀ, ਇਹ ਪੁਆਇੰਟ ਮੈंने 21 ਦਸੰਬਰ ਡਿਸਕਸ ਕੀਤਾ, ਉੱਥੇ ਜਾ ਕੇ ਚੈੱਕ ਕਰੋ। small farmers ਦਾ benefit, export potential, all these have been discussed on 21st, ਉੱਥੇ ਜਾ ਕੇ ਆਪਾਂ ਚੈੱਕ ਕਰਾਂਗੇ ਇਹ ਪੁਆਇੰਟ। ਮੈਂ ਇੱਥੇ ਲਿੰਕ ਜਿਹੜਾ ਹੈ ਪੋਸਟ ਕਰ ਦੂੰਗੀ ਤੁਹਾਡੇ ਲਈ। ਇਸ 'ਚ ਫਰਟੀਲਾਈਜ਼ਰਸ ਵਗੈਰਾ ਵੀ ਬਹੁਤ ਘੱਟ ਯੂਜ਼ ਹੁੰਦੇ ਆ। ਮਿਲਟਸ ਨੂੰ ਆਰਟੀਫਿਸ਼ੀਅਲ ਐਡ ਔਨਸ ਦੀ ਜ਼ਰੂਰਤ ਨਹੀਂ ਪੈਂਦੀ, ਖੁਦ ਹੀ ਇਹ ਕੇਪੇਬਲ ਨੇ ਅੱਛੀ ਤਰੀਕੇ ਨਾਲ ਗਰੋ ਹੋਣ ਦੇ। ਕਲਾਈਮੇਟ ਰੈਜ਼ੀਲੀਅੰਸ ਹੈ, लो कार्बन फुटप्रिंट है। राइस जिहड़ा है जब ग्रो हुंदा है बहुत सारी मिथेन इमिशन, नाइट्रोजन इमिशन इन्वॉल्व रहिंदी है, बट इह जिहा कुछ नहीं हुंदा मिलट्स दे विच, ठीक है। तो कार्बन फुटप्रिंट भी मिलट्स का बहुत घट है। एंड वाटर कंजरवेशन, ओबवियसली इन्ना वाटर कंजर्व हो रहा है। राइस विच तुसी 4000 यूज़ कर रहे हो तो इत्थे सिर्फ 200 लीटर जिहड़ा पानी है वो यूज़ हो रहा है, ठीक है जी। इसलिए बहुत ही सिग्निफिकेंट क्रॉप है। देखो PAU दे साइंटिस्ट कह रहे ने इट इज़ अ बूस्ट फॉर प्लैनेट विद जीरो कार्बन फुटप्रिंट एंड लो वाटर फुटप्रिंट, ठीक है जी। की टर्म्स है, की स्टेटमेंट्स है, तुसी आंसर्स च यूज़ कर सकते हो, अच्छे मार्क्स आते हैं, ठीक है जी। ये सारे पॉइंट्स है, याद रखो। 21 दसंबर की डिस्कशन नाल अगर तुसी नोट्स बनाए हैं उस नोट्स च यह डाटा भी अपडेट कर लो, यह डाटा एंड यह वाटर कंजम्पशन का डाटा, तो तुहाडी होलिस्टिक नोट प्रैपरेशन मिलट्स के टॉपिक विच हो जानी है, ठीक है। ये बहुत ही इंपॉर्टेंट टॉपिक है, प्लीज़ इनू ध्यान नाल करो, काफ़ी कम आना है तुहाडे पेपर्स आंसर लिखण लई, ठीक है। दैट इज़ ऑल फॉर टुडेज डिस्कशन। थैंक यू सो मच फॉर वॉचिंग।